ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। गुरु के सिंह ने कोया होया मांस, कुठिया होया मांस कदे नहीं खाना है। यह झटका अक्सर खालसा जी कित्थों चलिया, क्यों चलाउणा पिया? किसे मौके ते ਸਿੰਘਾਂ ਵਿੱਚ ਇਹ ਝਟਕਾ ਪ੍ਰਚਲਿਤ ਸੀ। ਕਾਰਨ ਕੀ ਸੀ? ਮੁਸਲਮਾਨ ਸਾਨੂੰ ਗੁੜ ਅੱਖਰ ਕਹਿਣ ਨਹੀਂ ਸੀ ਦਿੰਦੇ। ਕਹਿੰਦੇ ਸੀ ਇਸ ਵਿੱਚ ਗੁਰੂ ਦਾ ਨਾਮ ਆ ਜਾਂਦਾ ਹੈ, ਇਸ ਵਾਸਤੇ ਰੋੜੀ ਕਹੋ, ਗੁੜ ਨਹੀਂ ਕਹਿਣ ਦੇਣਾ। ਫਿਰ ਉਹ ਕਹਿੰਦੇ ਸਨ ਹਿੰਦੂਆਂ ਨੂੰ ਸਿਰ 'ਤੇ ਪੱਗ ਨਹੀਂ ਬੰਨ੍ਹਣ ਦੇਣੀ, ਤਖਤ ਦੇ ਮਾਲਕ ਨਹੀਂ ਬਣਨ ਦੇਣਾ, ਘੋੜੀ 'ਤੇ ਨਹੀਂ ਚੜ੍ਹਨ ਦੇਣਾ, ਸ਼ਸਤਰ ਨਹੀਂ ਪਕੜਨ ਦੇਣਾ, ਫੌਜਾਂ ਨਹੀਂ ਰੱਖਣ ਦੇਣੀਆਂ, ਕਣਕ ਦੀ ਰੋਟੀ ਨਹੀਂ ਖਾਣ ਦੇਣੀ, ਧਾਤ ਦੇ ਭਾਂਡੇ ਵਿੱਚ ਨਹੀਂ ਪਕਾਉਣ ਦੇਣਾ, ਮਿੱਟੀ ਦੀਆਂ ਕਨਾਲੀਆਂ ਵਿੱਚ ਪਕਾਉਣ ਤੇ 2.5 ਛੁਰੀਆਂ ਫੇਰ ਕਰਕੇ ਕੋਹਿਆ ਹੋਇਆ ਮਾਂਸ ਖਾਣਾ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਸਾਡੇ 'ਤੇ ਕਿਰਪਾ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਧ ਘੋੜੇ ਦੀ ਸਵਾਰੀ ਨੂੰ ਪਸੰਦ ਕਿਉਂ ਕੀਤਾ? ਅਕਾਲ ਤਖਤ ਸਾਹਿਬ ਰਚਿਆ ਕਿਉਂ? ਕਲਗੀਆਂ ਕਿਉਂ ਸੀਸ 'ਤੇ ਸਜਾਈਆਂ? ਹੱਥ ਵਿੱਚ ਬਾਜ ਕਿਉਂ ਪਕੜੇ? ਸ਼ਸਤਰ ਕਿਉਂ ਪਹਿਰੇ? ਤਖਤ ਸਾਹਿਬ ਕਿਉਂ ਰਚੇ? ਫੌਜਾਂ ਕਿਉਂ ਬਣਾਈਆਂ? ਕਿਉਂਕਿ ਇਹਨਾਂ ਸਾਰੀਆਂ ਹੀ ਗੱਲਾਂ ਦੀ ਮਨਾਹੀ ਕੀਤੀ ਹੋਈ ਸੀ। ਮੁਸਲਮਾਨਾਂ ਨੇ 1100 ਸਾਲਾਂ ਤੋਂ ਰਾਜ ਕਰਦਿਆਂ ਨੇ ਹਿੰਦੂਆਂ ਵਿਚਾਰਿਆਂ ਨੂੰ ਇੰਨਾ ਦਬਾ ਦਿੱਤਾ ਸੀ, ਉਹ ਕੁਛ ਨਹੀਂ ਸਨ ਸਕਦੇ, ਬੋਲ ਨਹੀਂ ਸਨ ਸਕਦੇ। ਗੁਲਾਮੀ ਦੀਆਂ ਜੰਜੀਰਾਂ ਵਿੱਚ ਐਸੇ ਜਕੜੇ ਹੋਏ ਸਨ। ਸਵੈ ਰੱਖਿਆ ਜਿਹੜੀ ਸੀ, ਇਹ ਤਾਂ ਸੁਭਾਅ ਤੇ ਵੀਰ ਰਸ ਪੁਣੇ ਦਾ ਸੁਭਾਅ ਮੁੱਕ ਚੁੱਕਿਆ ਸੀ। ਵੱਡੀ ਗੱਲ ਅਹਿੰਸੋ ਪਰਮਾ ਧਰਮਾ ਬੋਧੀਆਂ ਜੈਨੀਆਂ ਆਦਿਕ ਨੇ ਇਹ ਗ੍ਰਹਿਣ ਕਰ ਲਏ। ਮੁਸਲਮਾਨ ਗਊਆਂ ਅੱਗੇ ਲਾਈਆਂ ਹੋਣੀਆਂ ਤੇ ਮਗਰ ਤੋਪਾਂ ਤੇ ਰਫਲਾਂ ਦੇ ਨੇਜ਼ੇ ਤੇ ਭੱਲੇ ਤੇ ਸਾਰਿਆਂ ਨੂੰ ਲੁੱਟ-ਪੁੱਟ ਕੇ ਤੇ ਬਰਬਾਦ ਕਰਕੇ ਮੁੜ ਜਾਣਾ, ਤੇ ਇੱਧਰ ਅਹਿੰਸੋ ਪਰਮਾ ਧਰਮਾ ਚੱਕੀ ਫਿਰਦੇ ਸਨ। ਧੰਨ ਗੁਰੂ ਸੱਚੇ ਪਾਤਸ਼ਾਹ ਨੇ ਸੁੱਤਾ ਹੋਇਆ ਵੀਰ ਰਸ ਆਪ ਜੀ ਨੇ ਕਿਰਪਾ ਕਰਕੇ ਜਗਾਇਆ। ਅਕਾਲ ਤਖਤ ਸਾਹਿਬ ਰਚ ਕੇ ਕਿਹਾ ਕਿ ਇਹ ਝੂਠੇ ਪਾਤਸ਼ਾਹ ਹਨ ਜਿਹੜੇ ਦੁਨੀਆ ਦੇ ਹਨ, ਪਰ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਅਤੇ ਸਾਰਿਆਂ ਸਤਿਗੁਰਾਂ ਨੂੰ ਲੋਕਾਂ ਨੇ ਸੱਚੇ ਪਾਤਸ਼ਾਹ ਕਿਹਾ। ਫਿਰ ਘੋੜੇ 'ਤੇ ਸਵਾਰੀ ਕੀਤੀ ਅਤੇ ਕਿਹਾ ਕਿ ਅਸੀਂ ਘੋੜੇ 'ਤੇ ਸਵਾਰੀ ਕਰਾਂਗੇ। ਅਸੀਂ ਸ਼ਾਂਤ ਰਸ ਵਿੱਚ ਰਹਿ ਕੇ ਕੁਰਬਾਨੀ ਕਰਨ ਦੀ ਹੱਦ ਕਰ ਦਿੱਤੀ। ਤਤੀਆਂ ਤਵੀਆਂ 'ਤੇ ਬੈਠ ਕੇ ਕੋਈ ਸਰਾਪ ਨਹੀਂ ਦਿੱਤਾ, ਉਬਲਦੀ ਦੇਗ ਵਿੱਚ ਬੈਠ ਕੇ ਕੋਈ ਬਚਨ ਨਹੀਂ ਕਿਹਾ, ਤੱਤਾ ਰੇਤਾ ਸੀਸ ਵਿੱਚ ਪੈਣ 'ਤੇ ਮਨ ਵਿੱਚ ਘਬਰਾਹਟ ਨਹੀਂ ਆਈ, ਠੰਡੇ ਜਲ ਵਿੱਚ ਇਸ਼ਨਾਨ ਕਰਾਉਣ ਤੋਂ ਕਿਸੇ ਪ੍ਰਕਾਰ ਚਿਹਰੇ 'ਤੇ ਵੱਟ ਨਹੀਂ ਪਾਇਆ। ਜ਼ੁਲਮ ਦਾ ਨਾਸ਼ ਕਰਨ ਵਾਸਤੇ ਵੱਧ ਤੋਂ ਵੱਧ ਕੁਰਬਾਨੀ ਦੇ ਕੇ ਸ਼ਹੀਦਾਂ ਦੇ ਸਰਤਾਜ ਬਣੇ। ਤੇ ਉਹ ਲੋਕ ਜਿਹੜੇ ਹਿੰਦੂਆਂ ਨੂੰ ਇਹੀ ਸਮਝਦੇ ਸਨ ਕਿ ਸਾਡੇ ਬੱਕਰੇ ਹਨ, ਜਦੋਂ ਚਾਹੀਏ ਉਦੋਂ ਅਸੀਂ ਇਹਨਾਂ ਨੂੰ ਕੋਹ ਲੈਣਾ ਤੇ ਵੱਢ ਲੈਣਾ ਹੈ। ਜ਼ਰੂਰੀ ਸੀ ਕਿ ਵੀਰ ਰਸ ਉਸ ਮੌਕੇ 'ਤੇ ਭਰਿਆ ਜਾਵੇ। ਤਾਈਓ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਦਾ ਸੁਨੇਹਾ ਪੁੱਜਾ ਕਿ ਆਪ ਸ਼ਹੀਦ ਹੋ ਕੇ ਜੋਤੀ ਜੋਤ ਸਮਾ ਗਏ ਹਨ, ਤਾਂ ਪਹਿਲੇ ਦਿਨ ਹੀ ਪ੍ਰਣ ਕੀਤਾ ਕਿ ਅਸੀਂ ਹੁਣ ਤਖਤ ਸਾਹਿਬ ਰਚਾਂਗੇ, ਅਸੀਂ ਫੌਜਾਂ ਰੱਖਾਂਗੇ, ਅਸੀਂ ਘੋੜਸਵਾਰ ਹੋਵਾਂਗੇ, ਅਸੀਂ ਸੀਸ 'ਤੇ ਕਲਗੀਆਂ ਸਜਾਵਾਂਗੇ, ਅਸੀਂ ਇੱਕ ਸ਼ਸਤਰ ਨਹੀਂ 2 ਕਿਰਪਾਨਾਂ ਪਹਿਰਾਂਗੇ, ਅਸੀਂ ਹੱਥ ਵਿੱਚ ਬਾਜ ਪਕੜਾਂਗੇ, ਚਿੱਟਾ ਬਾਜ ਹੋਵੇਗਾ, ਸੁਲ੍ਹਾ ਸਾਰਿਆਂ ਦੇ ਨਾਲ, ਪਰ ਜੇ ਕੋਈ ਅੜੇਗਾ ਤਾਂ ਜਿਵੇਂ ਬਾਜ ਸਾਰੇ ਪੰਛੀਆਂ ਨੂੰ ਮਾਰ ਕੇ ਖਾ ਜਾਂਦਾ ਹੈ, ਉਸੇ ਤਰ੍ਹਾਂ ਅਸੀਂ ਵੀ ਨਹੀਂ ਛੱਡਾਂਗੇ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਸੁੱਤਾ ਹੋਇਆ ਵੀਰ ਰਸ ਗਰੀਬ ਨਵਾਜ਼ ਨੇ ਕਿਰਪਾ ਕਰਕੇ ਖਾਲਸਾ ਜੀ ਜਗਾਇਆ। ਸੋ ਉਸ ਮੌਕੇ 'ਤੇ ਜਿਹੜੇ ਕਹਿੰਦੇ ਸਨ ਕਿ ਕੇਵਲ ਕੁੱਠਾ ਹੋਇਆ ਮਾਂਸ ਖਾਓ, ਉਸ ਮੌਕੇ 'ਤੇ ਮੁਕਾਬਲੇ 'ਤੇ ਝਟਕਾ ਸ਼ੁਰੂ ਹੋਇਆ ਸੀ ਕਿ ਜਿਹੜੇ ਖਾਣਗੇ
ਉਹ ਝਟਕਾ ਕਰਕੇ ਖਾਣਗੇ। ਇਹ ਮੁਕਾਬਲੇ ਤੇ ਖਾਲਸਾ ਜੀ ਇੱਕ ਚੀਜ਼ ਸੀ, ਜ਼ੁਬਾਨ ਦੇ ਸਵਾਦ ਵਾਸਤੇ ਕਦੇ ਬੱਕਰਿਆਂ ਨੂੰ ਵੱਢ ਕੇ ਖਾਣਾ। ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ ਹੋਈ। ਸੋ ਕਦੇ ਪੜ੍ਹਿਆ ਹੋਣਾ, ਮਾਨ ਸਿੰਘ ਰਾਜਾ, ਜੈ ਸਿੰਘ ਸਵਾਈ ਰਾਜਾ, ਬਿਸ਼ਨ ਸਿੰਘ ਰਾਜਾ, ਇਹ ਸਾਰੇ ਰਾਜਪੂਤ ਰਾਜੇ ਸਨ। ਸੋ ਬਿਸ਼ਨ ਸਿੰਘ ਰਾਜੇ ਦੀ ਸਹਾਇਤਾ ਸਤਿਗੁਰੂ 9ਵੇਂ ਪਾਤਸ਼ਾਹ ਨੇ ਕੀਤੀ। ਜੈ ਸਿੰਘ ਸਵਾਈ ਸਤਿਗੁਰੂ 8ਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਦਿੱਲੀ ਵਿੱਚ ਲੈ ਕੇ ਆਇਆ। ਮਾਨ ਸਿੰਘ ਰਾਜਾ ਬਿਸ਼ਨ ਸਿੰਘ ਦਾ ਦਾਦਾ ਸੀ। ਇਹ ਸਾਰੇ ਜੈਪੁਰ ਅਤੇ ਜੋਧਪੁਰ ਦੇ ਰਾਜੇ ਸਨ। ਸਿੰਘ ਨਾਮ ਸ਼ੇਰ ਦਾ ਹੈ। ਮੁਸਲਮਾਨਾਂ ਨੇ ਹੁਕਮ ਕਰ ਦਿੱਤਾ ਸੀ ਨੌਰੰਗੇ ਨੇ ਕਿ ਕੋਈ ਵੀ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਰੱਖ ਸਕਦਾ, ਸਿੰਘ ਨਹੀਂ ਕਹਾ ਸਕਦਾ, ਕਿਉਂਕਿ ਨਾਮ ਰੱਖਣ ਨਾਲ ਜੇ ਕਿਤੇ ਸ਼ੇਰ ਬਣ ਗਿਆ ਤਾਂ ਉਸ ਵਿੱਚ ਕਿਤੇ ਤਾਕਤ ਨਾ ਆ ਜਾਵੇ। ਇਹ ਚੜ੍ਹਦੀਆਂ ਕਲਾ ਵਾਲਾ ਬੋਲਾ ਹੈ, ਇਸ ਵਾਸਤੇ ਸਿੰਘ ਕੋਈ ਨਾਮ ਨਹੀਂ ਰਖਾ ਸਕਦਾ। ਹਜ਼ੂਰ ਕਲਗੀਆਂ ਵਾਲੇ ਨੇ ਕਿਹਾ ਕਿ ਜਿੰਨੇ ਵੀ ਸਾਡੇ ਪੰਥ ਵਿੱਚ ਪੈਦਾ ਹੋਣਗੇ ਸਾਰਿਆਂ ਦਾ ਨਾਮ ਹੀ ਸਿੰਘ ਹੋਵੇਗਾ, ਅੱਧਾ ਨਾਮ ਕਿਸੇ ਨੂੰ ਰੱਖਣ ਨਹੀਂ ਦੇਣਾ। ਸੋ ਸਾਧ ਸੰਗਤ ਜੀ, ਰਹਿਤਨਾਮੇ ਵਿੱਚ ਹੁਕਮ ਹੈ ਕਿ ਅੱਧਾ ਨਾਮ ਲੈਣ ਵਾਲਾ ਤਨਖਾਹੀਆ ਹੈ, ਤੇ ਮਾਈਆਂ ਦਾ ਨਾਮ ਗੁਰੂ ਜੀ ਨੇ ਕੌਰ ਰੱਖਿਆ। ਇਹ ਕੌਰ ਕਿਸ ਨੂੰ ਕਹਿੰਦੇ ਹਨ? ਇੱਕ ਪਾਤਸ਼ਾਹ ਦਾ ਟਿੱਕਾ ਹੁੰਦਾ ਹੈ, ਉਸ ਵਿੱਚ ਜਿਹੜਾ ਵੱਡਾ ਪੁੱਤਰ ਹੁੰਦਾ ਹੈ, ਜਿਹੜਾ ਰਾਜ ਦਾ ਹੱਕਦਾਰ ਹੁੰਦਾ ਸੀ, ਵੱਡੇ ਪੁੱਤਰ ਨੂੰ ਰਾਜ ਮਿਲਣਾ ਤੇ ਛੋਟਾ ਪੁੱਤਰ ਕੁੰਵਰ ਕਹਾਉਂਦਾ ਸੀ। ਕਿੰਨੇ ਹੀ ਛੋਟੇ ਪੁੱਤਰ ਹੋਣ, ਉਹਨਾਂ ਨੂੰ ਕੁੰਵਰ ਜੀ ਕਿਹਾ ਜਾਂਦਾ ਸੀ। ਪਰ ਗੁਰੂ ਸੱਚੇ ਪਾਤਸ਼ਾਹ ਨੇ ਸਿੰਘ ਨੂੰ ਆਪਣਾ ਟਿੱਕਾ ਪੁੱਤਰ ਬਣਾਇਆ ਤੇ ਧੀਆਂ ਭੈਣਾਂ ਨੂੰ ਸੱਚੇ ਪਾਤਸ਼ਾਹ ਨੇ ਕੌਰ ਬਣਾਇਆ। ਆਪ ਜੀ ਨੇ ਛੋਟੇ ਪੁੱਤਰ ਬਣਾਇਆ। ਕਿੱਡੀ ਵੱਡੀ ਦਾਤ ਮਹਾਰਾਜ ਜੀ ਨੇ ਸਾਨੂੰ ਦਿੱਤੀ। ਤੇ ਅੱਜ ਕੱਲ੍ਹ ਅਫਸੋਸ ਕਿ ਆਪਾਂ ਅੱਧਾ ਨਾਮ ਲੈ ਕੇ ਹੀ ਸਾਰੇ ਇੱਕ ਦੂਸਰੇ ਨੂੰ ਬੁਲਾਉਣ ਲੱਗ ਪਏ। ਬੀਬੀਆਂ ਦਾ ਨਾਮ ਵੀ ਅੱਧਾ ਤੇ ਸਿੰਘਾਂ ਦਾ ਨਾਮ ਵੀ ਅੱਧਾ। ਕਿੱਥੇ ਸਤਿਗੁਰੂ ਜੀ ਨੇ ਸਾਨੂੰ ਆਪਣੇ ਟਿੱਕੇ ਬਣਾਇਆ ਤੇ ਅਸੀਂ ਅਧੂਰੇ ਹੀ ਬਣ ਕੇ ਰਹਿਣ ਲੱਗ ਪਏ ਤੇ ਅਸੀਂ ਗੁਰੂ ਕੀਆਂ ਪੁੱਤਰੀਆਂ ਨਹੀਂ ਬਣ ਸਕੀਆਂ। ਜਿਹੜਾ ਅਹੁਦਾ ਕਿਸੇ ਨੂੰ ਪ੍ਰਾਪਤ ਹੋਇਆ ਹੁੰਦਾ ਉਸ ਨੂੰ ਕੋਈ ਆਪਣੇ ਹੱਥੀਂ ਗਵਾਉਂਦਾ ਨਹੀਂ। ਵੀਰ ਚੱਕਰ ਮਿਲਦੇ ਹਨ, ਪਰਮਵੀਰ ਚੱਕਰ ਵੀ ਮਿਲਦੇ ਹਨ। ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਜਦੋਂ ਕਿਸੇ ਨੂੰ ਮਿਲਦੀਆਂ ਹਨ, ਜਦੋਂ ਕੋਈ ਬਹਾਦਰੀ ਕਰਕੇ ਵਿਖਾਉਂਦਾ ਹੈ, ਭਲਾ ਉਹ ਲਾਹ ਕੇ ਥੋੜ੍ਹਾ ਸਿੱਟ ਦਿੰਦੇ ਨੇ ਕਿ ਲੈ ਜਾਓ, ਸਾਨੂੰ ਇਹ ਸਤਿਕਾਰ ਨਹੀਂ ਚਾਹੀਦਾ, ਕਦੇ ਵੀ ਨਹੀਂ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਏਡੀਆਂ ਘਾਲਣਾ ਘਾਲ ਕੇ ਪਰਿਵਾਰ ਵਾਰ ਕੇ ਦਾਤਾਂ ਦਿੱਤੀਆਂ, ਸਿੰਘ ਨਾਮ ਤੇ ਕੌਰ ਨਾਮ। ਪਰ ਅਫਸੋਸ ਹੈ ਕਿ ਅੱਜ ਅਸੀਂ ਲਾੜ ਵਿੱਚ ਆ ਕੇ ਹੀ ਪ੍ਰਾਪਤ ਕੀਤੀ ਹੋਈ ਵੱਡੀ ਭਾਰੀ ਦਾਤ ਨੂੰ ਆਪਣੇ ਹੱਥੀਂ ਗਵਾ ਰਹੇ ਹਾਂ। ਇਸ ਵਾਸਤੇ ਬੀਬੀਆਂ ਦਾ ਨਾਮ ਸ਼ੁਰੂ ਤੋਂ ਹੀ ਲੈ ਕੇ ਕੌਰ ਕਹਿਣਾ ਹੈ। ਕਈ ਕਹਿੰਦੇ ਹਨ ਜੀ ਕਿ ਸ਼ਾਦੀ ਤੋਂ ਬਾਅਦ ਕਹਿ ਲਵਾਂਗੇ, ਪਰ ਸ਼ਾਦੀ ਤੋਂ ਬਾਅਦ ਕਦੇ ਬੀਬੀ ਕੌਰ ਨਹੀਂ ਬਣਦੀ। ਜਦੋਂ ਤੋਂ ਲੈ ਕੇ ਜਨਮ ਲਿਆ ਹੈ, ਗੁਰੂ ਦੀ ਸਪੁੱਤਰੀ ਹੈ, ਇਸ ਵਾਸਤੇ ਕੌਰ ਹੈ। ਤੇ ਸਿੰਘ ਗੁਰੂ ਦਾ ਪੁੱਤਰ ਹੈ, ਜਦੋਂ ਤੋਂ ਲੈ ਕੇ ਜਨਮ ਲਿਆ ਹੈ। ਸਿੰਘ ਦੇ ਘਰ ਜਨਮ ਲੈਣ ਕਰਕੇ ਜਨਮ ਤੋਂ ਹੀ ਸਿੰਘ ਕਹਿਣਾ ਹੈ। ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਮਿਹਰਾਂ ਕੀਤੀਆਂ, ਸ਼ਸਤਰ ਬਖਸ਼ੇ, ਘੋੜੇ ਬਖਸ਼ੇ, ਸਵਾਰੀਆਂ ਬਖਸ਼ੀਆਂ, ਦਸਤਾਰਾਂ ਬਖਸ਼ੀਆਂ ਤੇ ਕਲਗੀਆਂ ਸਜਾਈਆਂ। ਤਾਈਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਕਲਗੀਆਂ ਵਾਲਾ ਕਹਿੰਦੇ ਹਾਂ, ਬਾਜਾਂ ਵਾਲੇ ਕਹਿੰਦੇ ਹਾਂ, ਸ਼ਾਹ ਸਵਾਰ ਕਹਿੰਦੇ ਹਾਂ, ਤਖਤਾਂ ਦੇ ਮਾਲਕ ਕਹਿੰਦੇ ਹਾਂ। ਤੇ ਸਿਰਫ ਪਾਤਸ਼ਾਹ ਹੀ ਨਹੀਂ ਹਨ, ਉਹ ਸੱਚੇ ਪਾਤਸ਼ਾਹ ਜੀ ਹਨ। ਸੋ ਆਪ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਕੁੱਠਾ ਮਾਸ ਗੁਰੂ ਕੇ ਪਿਆਰਿਓ ਕਦੇ ਨਹੀਂ ਖਾਣਾ। ਇੰਨੀਆਂ ਕੁਰਬਾਨੀਆਂ ਕਰਕੇ ਜਿਹੜੀ ਕੁਰੀਤੀ ਹਟਾਈ, ਉਹਨਾਂ ਨੂੰ ਬਿਨਾਂ ਕਾਰਨ ਤੋਂ ਐਸੀ ਕੁਰਬਾਨੀ ਨੂੰ ਐਵੇਂ ਖੇਹ ਵਿੱਚ ਰੋਲ ਦੇਣਾ ਕਿੱਡਾ ਮਹਾਨ ਪਾਪ ਹੈ ਤੇ ਸਾਡੀ ਗਲਤੀ ਤੇ ਘਾਟੇ ਦੀ ਗੱਲ ਹੈ। ਇਸ ਵਾਸਤੇ ਉਹ ਮਾਸ ਜਿਸ ਦੇ ਉੱਪਰ ਕਲਮਾ ਪੜ੍ਹਿਆ ਗਿਆ ਹੋਵੇ, ਸੋ ਉਹ ਮਾਸ ਕਦੇ ਵੀ ਨਹੀਂ ਖਾਣਾ। ਬਾਕੀ ਦੇ ਮਾਸ ਬਾਰੇ ਵੀ ਆਮ ਸੰਗਤਾਂ ਪੁੱਛ ਲੈਂਦੀਆਂ ਹਨ ਕਿ ਦੂਜਾ ਤਾਂ ਖਾ ਲਿਆ ਕਰੀਏ, ਉਹ ਤਾਂ ਖੁੱਲ੍ਹ ਹੈ ਨਾ। ਸੋ ਉਹਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ
ਖੁੱਲ੍ਹ ਕਿਤੇ ਵੀ ਨਹੀਂ ਆਈ। ਸੋ ਕਈ ਕਹਿੰਦੇ ਹਨ ਕਿ ਇੱਕ ਸ਼ਲੋਕ ਆਉਂਦਾ ਹੈ, ਅੰਗ 1299 ਤੇ ਆਉਂਦਾ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ। ਗਹਿਣਾ ਮਾਰ ਹੋਮ ਜਾ ਕੀਏ, ਦੇਵਤਿਆਂ ਕੀ ਬਾਣੇ। ਸੋ ਉਹਦੇ ਅਰਥ ਜੇ ਚੰਗੀ ਤਰ੍ਹਾਂ ਕਰਕੇ ਵੇਖੀਏ ਤਾਂ ਹੋਰ ਹੀ ਨਿਕਲਦੇ ਹਨ। ਮਾਸ ਖਾਣ ਦੀ ਆਗਿਆ ਤਾਂ ਕਿਤੇ ਵੀ ਨਹੀਂ ਆਉਂਦੀ। ਜੇ ਕਿਤੇ ਆਈ ਹੈ ਤਾਂ ਉਹ ਦੱਸ ਦੇਵੇ ਤਾਂ ਚੇਤੇ ਕਰ ਲਵਾਂਗੇ ਉਸ ਪੰਕਤੀ ਦੇ ਅਰਥ, ਬਈ ਇੱਥੇ ਕਿਹਾ ਹੈ ਕਿ ਮਾਸ ਜ਼ਰੂਰ ਖਾਓ। ਕੌਣ ਮਾਸ ਕੌਣ ਸਾਗ ਕਹਾਵੈ। ਇਹ ਪਤਾ ਹੀ ਨਹੀਂ ਕਿ ਮਾਸ ਕਿਸ ਨੂੰ ਕਹਿੰਦੇ ਹਨ ਤੇ ਸਾਗ ਕਿਸ ਨੂੰ ਕਹਿੰਦੇ ਹਨ। ਸਾਧ ਸੰਗਤ ਜੀ, ਸਾਗ ਉਹ ਹੈ ਜੋ ਧਰਮ ਦੀ ਕਿਰਤ ਕਰਕੇ ਆਪ ਖਾਣਾ, ਉਹ ਸਾਗ ਹੈ, ਤੇ ਮਾਸ ਉਸ ਦਾ ਨਾਮ ਹੈ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਸੱਚੇ ਪਾਤਸ਼ਾਹ ਨੇ ਸਾਗ ਤੇ ਮਾਸ ਦਾ ਨਿਰਣਾ ਕੀਤਾ। ਮਾਸ ਕਿਸ ਨੂੰ ਕਹੀਦਾ ਹੈ ਤੇ ਸਾਗ ਕਿਸ ਨੂੰ ਕਹੀਦਾ ਹੈ, ਤੇ ਫਿਰ ਹੋਰ ਕਈ ਥਾਵਾਂ 'ਤੇ ਮਨ੍ਹਾ ਕੀਤਾ ਹੈ। ਅਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਹੋਰ ਕਈ ਥਾਵਾਂ 'ਤੇ ਇਸ ਨੂੰ ਮਨ੍ਹਾ ਕੀਤਾ ਹੈ। ਇਸੇ ਤਰ੍ਹਾਂ ਹੀ ਅੰਗ 1350 'ਤੇ ਇਹ ਸ਼ਬਦ ਸੁਸ਼ੋਭਿਤ ਹੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ, ਤੋ ਕਿਉਂ ਮੁਰਗੀ ਮਾਰੈ। ਇਸੇ ਤਰ੍ਹਾਂ ਅੰਗ 898 'ਤੇ ਇੱਕ ਹੋਰ ਸ਼ਬਦ ਆਉਂਦਾ ਹੈ, ਮਹਾ ਕਸਾਬ ਛੁਰੀ ਸੱਟ ਪਾਈ। ਸੋ ਇਸੇ ਤਰ੍ਹਾਂ ਅੰਗ 1377 'ਤੇ ਕਬੀਰ ਸਾਹਿਬ ਦਾ ਇੱਕ ਹੋਰ ਸ਼ਬਦ ਆਉਂਦਾ ਹੈ, ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇਂ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇਂ। ਸਾਧ ਸੰਗਤ ਜੀ, ਇਹ ਸਾਰੀਆਂ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਹਨ। ਸੋ ਖਾਲਸਾ ਜੀ, ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਹੈ। ਮਨ੍ਹਾ ਜ਼ਰੂਰ ਥਾਂ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੇਈ ਨਦੀ ਵੱਲ ਨੂੰ ਜਾ ਰਹੇ ਹਨ। ਕਾਜ਼ੀ ਨੇ ਕੁਕੜੀ ਜ਼ੇਬਾ ਕੀਤੀ ਹੈ, ਅਚਨਚੇਤ ਹੱਥ ਵਿੱਚੋਂ ਛੁੱਟ ਗਈ। ਗਰਮ ਗਰਮ ਕੁਕੜੀ ਨੇ ਉਡਾਰੀ ਮਾਰੀ, ਖੂਨ ਦੀਆਂ ਛਿੱਟਾਂ ਜਾਮੇ 'ਤੇ ਪਈਆਂ, ਪਲੀਤ ਹੋ ਗਿਆ ਤੇ ਅਪਵਿੱਤਰ ਹੋ ਗਿਆ ਤੇ ਉਸਨੇ ਲਾਹ ਦਿੱਤਾ। ਮੁਸਲਮਾਨ ਜਦੋਂ ਜ਼ੇਬਾ ਕਰਦੇ ਹਨ ਉਦੋਂ ਇਹ ਸਾਰਾ ਖੂਨ ਨਿਚੋੜ ਕੇ ਤੇ ਫਿਰ ਬਾਕੀ ਦੇ ਗੋਸ਼ਤ ਨੂੰ ਖਾਂਦੇ ਹਨ। ਉਹ ਖੂਨ ਨੂੰ ਬਹੁਤ ਮਾੜਾ ਸਮਝਦੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਵੇਖ ਕੇ ਉੱਥੇ ਖੜੇ ਹੋ ਗਏ ਤੇ ਬੇਪਰਵਾਹ ਅੰਤਰਜਾਮੀ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਕਾਜੀ ਜੀ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ। ਜੇ ਇਹ ਖੂਨ ਦੀ ਛਿੱਟ ਪੈਣ ਤੋਂ ਤੇਰਾ ਇਹ ਚੋਗਾ ਅਪਵਿੱਤਰ ਹੋ ਗਿਆ ਹੈ, ਪਲੀਤ ਹੋ ਗਿਆ ਹੈ, ਖਰਾਬ ਹੋ ਗਿਆ ਹੈ, ਤਾਂ ਇਸੇ ਦੇ ਵਿੱਚੋਂ ਹੀ ਸਾਰਾ ਮਾਸ ਬਣਿਆ ਹੈ। ਜਿਸ ਮਾਸ ਦੇ ਵਿੱਚੋਂ ਇਹ ਖੂਨ ਨਿਕਲਿਆ ਹੈ, ਉਹ ਬਾਕੀ ਦਾ ਮਾਸ ਤੈਨੂੰ ਚੰਗਾ ਲੱਗੇਗਾ, ਸਾਰਾ ਹੀ ਤੂੰ ਖਾ ਜਾਏਗਾ, ਤੇਰਾ ਹਿਰਦਾ ਅਪਵਿੱਤਰ ਨਹੀਂ ਹੋਵੇਗਾ। ਇਸ ਵਾਸਤੇ ਬਈ ਜ਼ੁਬਾਨ ਦੇ ਸਵਾਦ ਵਾਸਤੇ ਮਾਸ ਖਾਣ ਦੀ ਸਤਿਗੁਰੂ ਜੀ ਦੀ ਆਗਿਆ ਕਿਤੇ ਨਹੀਂ ਹੈ। ਕਈ ਸਵਾਲ ਕਰਦੇ ਹਨ ਕਿ ਪੁਰਾਣੇ ਸਿੰਘ ਤਾਂ ਖਾਂਦੇ ਸਨ। ਸੋ ਖਾਲਸਾ ਜੀ, ਪੁਰਾਣੇ ਸਿੰਘ ਖਾਂਦੇ ਰਹੇ ਸਨ। ਕਿਸ ਵਾਸਤੇ ਖਾਂਦੇ ਰਹੇ, ਕਦੋਂ ਖਾਂਦੇ ਰਹੇ? ਅੱਜ ਕੱਲ੍ਹ ਵਰਗੇ ਮਕਾਨ ਨਹੀਂ ਸਨ ਉਹਨਾਂ ਦੇ ਪਾਸ, ਅੱਜ ਕੱਲ੍ਹ ਵਰਗੀਆਂ ਕਾਰਾਂ ਮੋਟਰਾਂ ਅਤੇ ਸੁੱਖ ਨਹੀਂ ਸਨ ਉਹਨਾਂ ਦੇ ਪਾਸ। ਉਹ ਰਹਿੰਦੇ ਸਨ ਜੰਗਲਾਂ ਵਿੱਚ, ਪ੍ਰਸ਼ਾਦਾ ਮਿਲਦਾ ਸੀ ਕਦੇ ਕਦੇ, ਕੜਾਕਾ ਰਹਿੰਦਾ ਸੀ ਬਹੁਤਾ। ਉਹ ਬਦਾਮ ਚੱਬ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ, ਉਹ ਅਰਦਾਸ ਕਰਕੇ ਵੀ ਗੁਜ਼ਾਰਾ ਕਰ ਲੈਂਦੇ ਸਨ, ਉਹ ਬ੍ਰਿਛਾਂ ਦੀਆਂ ਛਿੱਲਾਂ ਲਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ। ਧਰਮ ਦੀ ਰੱਖਿਆ ਕਰਨ ਵਾਸਤੇ, ਪ੍ਰਾਣਾਂ ਨੂੰ ਚਲਾਉਣ ਵਾਸਤੇ ਜੇ ਲੋੜ ਪਵੇ ਤਾਂ ਝਟਕਾ ਕਰਕੇ ਖਾ ਵੀ ਲੈਂਦੇ ਸਨ। ਜ਼ੁਬਾਨ ਦੇ ਸਵਾਦ ਵਾਸਤੇ ਕਦੇ ਬੱਕਰੇ ਮਾਰ ਮਾਰ ਕੇ ਖਾਣੇ, ਇਹ ਕਿਤੇ ਇਤਿਹਾਸ ਵਿੱਚ ਨਹੀਂ ਆਇਆ ਹੈ। ਇਸ ਵਾਸਤੇ ਖਾਲਸਾ ਜੀ, ਬਾਕੀ ਦੀਆਂ ਗੱਲਾਂ ਤਾਂ ਸਾਰੀਆਂ ਛੱਡ ਦੇਣੀਆਂ। ਉਹ ਬਹਾਦਰੀ, ਉਹ ਜੀਵਨ, ਉਹ ਰਹਿਤ ਮਰਿਆਦਾ, ਉਹ ਪਰਉਪਕਾਰ, ਉਹ ਸਾਰੇ ਇੱਕ ਪਾਸੇ ਰੱਖ ਦੇਣੇ ਤੇ ਕਹਿਣਾ ਕਿ ਸਿੰਘ ਮਾਸ ਖਾਂਦੇ ਸਨ
ਸਾਨੂੰ ਵੀ ਮਾਸ ਖਾ ਲੈਣਾ ਚਾਹੀਦਾ ਹੈ। ਇੱਕ ਆਪਣੇ ਮਤਲਬ ਦਾ ਪੱਖ ਲੈ ਲੈਣਾ, ਉਹ ਵੀ ਵੇਖਣਾ ਨਹੀਂ ਕਿ ਕਿਸ ਮੌਕੇ 'ਤੇ ਖਾਂਦੇ ਰਹੇ। ਸੋ ਇਹ ਏਡੀ ਸਿਆਣਪ ਵਾਲੀ ਗੱਲ ਤਾਂ ਬਹੁਤੀ ਜਾਪਦੀ ਨਹੀਂ। ਰਹੋ ਵਿਚਾਰ ਗੁਰੂ ਜੀ ਦੇ ਬਚਨਾਂ ਅਨੁਸਾਰ ਕੁੱਠਾ ਮਾਸ ਗੁਰੂ ਕੇ ਸਿੰਘਾਂ ਨੇ ਨਹੀਂ ਖਾਣਾ ਹੈ। ਸੋ ਇਹ ਹਜ਼ੂਰ ਸੱਚੇ ਪਾਤਸ਼ਾਹ ਵੱਲੋਂ ਮਨ੍ਹਾ ਹੈ, ਪ੍ਰਤੱਖ ਵੀ ਮਨ੍ਹਾ ਹੀ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਸੋ ਕਹਿਣ ਲੱਗੇ, ਜੋ ਕਿ ਬੜੇ ਕੱਟੜ ਖਿਆਲਾਂ ਦੇ ਸਨ ਤੇ ਪੂਰਨ ਗੁਰਸਿੱਖ ਸਨ, ਬਹੁਤ ਰਹਿਤ ਮਰਿਆਦਾ ਵਿੱਚ ਪਰਪੱਕ ਸਨ, ਗੁਰਮੁਖ ਪਿਆਰੇ ਸਨ। ਸੋ ਕਹਿਣ ਲੱਗੇ, ਭਾਈ ਮੁਰਗੀਆਂ ਨਹੀਂ ਮਾਰ ਕੇ ਖਾਣੀਆਂ ਚਾਹੀਦੀਆਂ। ਕਹਿਣ ਲੱਗੇ, ਕਿਉਂ, ਕੀ ਇਹਨਾਂ 'ਚ ਮਾੜਾ ਪੁਣਾ ਹੈ? ਸੁਤੇ ਸਿੱਧ ਤੁਰੇ ਜਾ ਰਹੇ ਸਨ। ਸੋ ਖਾਲਸਾ ਜੀ ਗੁਰਮੁਖ ਪਿਆਰਿਆਂ ਦੇ ਚਿੱਤ ਵਿੱਚ ਨਫ਼ਰਤ ਪੈਦਾ ਕਰਨ ਵਾਸਤੇ ਸੰਕਲਪ ਹੀ ਸੀ, ਤੁਰੇ ਜਾ ਰਹੇ ਸਨ। ਕਿਸੇ ਨੇ ਥੁੱਕਿਆ ਹੋਇਆ ਸੀ, ਮੁਰਗੀ ਕੋਲ ਖੜੀ ਹੋਈ ਸੀ, ਉਹ ਮੁਰਗੀ ਆ ਕੇ ਉਸ ਨੂੰ ਖਾਣ ਲੱਗ ਪਈ। ਭਾਈ ਸਾਹਿਬ ਜੀ ਕਹਿੰਦੇ, ਦੱਸੋ ਇਹਨਾਂ ਨੂੰ ਖਾਣਾ ਹੈ? ਇੰਨੀ ਨਫ਼ਰਤ ਹੋਈ ਵੇਖਣ ਵਾਲਿਆਂ ਨੂੰ। ਉਹਨਾਂ ਨੇ ਕੰਨਾਂ ਨੂੰ ਹੱਥ ਲਾਏ, ਕਹਿਣ ਲੱਗੇ, ਅੱਜ ਤੋਂ ਬਾਅਦ ਇਸ ਨੂੰ ਨਹੀਂ ਖਾਣਾ। ਸੋ ਇਸੇ ਪ੍ਰਕਾਰ ਕਈ ਆਖਦੇ ਹਨ ਕਿ ਉਹ ਚੀਜ਼ ਖਾ ਲੈਣੀ ਜ਼ਰੂਰੀ ਹੈ, ਆਹ ਖਾ ਲੈਣੀ ਸਰੀਰ ਵਾਸਤੇ ਫਾਇਦੇਮੰਦ ਹੈ। ਇੰਨੀ ਜ਼ਰੂਰੀ ਤਾਂ ਕੋਈ ਨਹੀਂ। ਜਿਹੜੇ ਨਹੀਂ ਵੀ ਖਾਂਦੇ, ਮਾਸ ਨੂੰ ਹੱਥ ਤੱਕ ਨਹੀਂ ਲਾਉਂਦੇ, ਮਾਸ ਖਾਣ ਵਾਲਿਆਂ ਨਾਲੋਂ ਉਹ ਘੱਟ ਤਾਕਤ ਵਾਲੇ ਨਹੀਂ ਹਨ ਤੇ ਘੱਟ ਹੌਸਲੇ ਵਾਲੇ ਨਹੀਂ ਹਨ। ਸੋ ਜੇ ਗੁਰੂ ਜੀ ਦੀ ਬਾਣੀ ਵੱਲ ਵੇਖੀਏ ਫਿਰ ਤਾਂ ਮਨ੍ਹਾ ਹੀ ਮਨ੍ਹਾ ਹੈ। ਮਹਾ ਕਸਾਬ ਛੁਰੀ ਸੱਟ ਪਾਈ, ਕਰਨਹਾਰ ਪ੍ਰਭ ਹਿਰਦੈ ਬੂਠਾ। ਪ੍ਰਭੂ ਜੀ ਦੀ ਕਿਰਪਾ ਨਾਲ ਵੱਡੇ ਕਸਾਈ ਨਿਰਦਈ ਮਨ ਨੇ ਆਪਣੇ ਹੱਥੋਂ ਛੁਰੀ ਸੁੱਟ ਦਿੱਤੀ, ਨਿਰਦੈਤਾ ਦਾ ਸੁਭਾਅ ਤਿਆਗ ਦਿੱਤਾ। ਸਭ ਕੁਝ ਕਰ ਸਕਣ ਵਾਲਾ ਪ੍ਰਭੂ ਜਦੋਂ ਆਪਣੀ ਕਿਰਪਾ ਨਾਲ ਜੀਵ ਦੇ ਹਿਰਦੇ ਵਿੱਚ ਆ ਵਸਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।